ਤੁਹਾਡਾ ਹੋਸਟ ਅੱਲਾ ਰੱਖਾ ਤੇ ਤੁਸੀਂ ਮੇਰੇ ਨਾਲ ਹੋ ਜੀ ਦਾਦ ਐਗਰੀ ਫਾਰਮ। ਤੇ ਅੱਜ ਦਾ ਵਲੌਗ ਹੈ ਕਿ ਅਸੀਂ ਬਣਾ ਰਹੇ ਹਾਂ ਜਾਨਵਰਾਂ ਵਾਸਤੇ ਛੱਪਰ ਵਗੈਰਾ। ਇਹ ਸਾਡੀ ਖੁੱਲੀ ਬਣ ਚੁੱਕੀ ਹੈ ਜੀ ਤੇ ਇਹ ਵੇਖੋ ਕੰਸਟਰਕਸ਼ਨ ਦਾ ਕੰਮ ਜਾਰੀ ਹੈ। ਇਹ ਵੇਖੋ ਇਹਦੇ ਉੱਤੇ ਪਾਵਾਂਗੇ ਅਸੀਂ ਇਹ ਲੰਮੀ ਲੱਕੜ ਤੇ ਉਸ ਤੋਂ ਬਾਅਦ ਇਹ ਦੂਸਰੀ ਸਾਈਡ ਤੇ ਪਾਵਾਂਗੇ ਛੋਟੀਆਂ ਲੱਕੜਾਂ। ਉੱਤੇ ਪਾ ਦੇਵਾਂਗੇ ਕੋਈ ਸਿਰਕੀ ਵਗੈਰਾ ਤੇ ਕੋਈ ਪਰਾਲੀ ਵਗੈਰਾ ਸੱਟ ਕੇ ਤੇ ਆਰਜੀ ਜੀ ਛੱਪਰ ਬਣ ਜਾਏਗਾ ਜੀ। ਤੇ ਇਹ ਦੋਸਤ ਹਜ਼ਰਾਤ ਬੈਠੇ ਨੇ ਜੀ। ਇਹ जी राय मजीद हसन खरल एंग्रो फर्टिलाइजर तो ने जनाब टरबैन असी चलाई है जी। टेंडी नू पानी लान लगे हैं। हाँ जी राय मजीद साहब सुनाओ टेंडी की की सूरत हाल रहेगी जी? टेंडी दी अलग भाई है दफा स्लो ही कम जा रहा वा क्योंकि जिस तरीके फार्मर ਨੂੰ ਉਮੀਦਾਂ ਸਨ ਕਿ ਰੇਟ ਅੱਛਾ ਹੋਏਗਾ ਪਿਛਲੇ ਸਾਲ ਦੀ ਨਿਸਬਤ, ਲੇਕਿਨ ਉਹ ਜਿਹੜਾ ਹੈ ਅੱਗੇ ਜਾ ਕੇ ਰੇਟ ਡਾਊਨ ਹੁੰਦਾ ਸੀ ਪਿਛਲੇ ਸਾਲਾਂ ਵਿੱਚ। ਮਾਰਚ ਵਿੱਚ ਜਾ ਕੇ ਜਿਹੜਾ ਇਸ ਦਫਾ ਜਨਵਰੀ ਦੇ ਵਿੱਚ ਵੀ ਤਕਰੀਬਨ 500 ਤੋਂ 700 ਤੱਕ ਥੋੜਾ ਰਿਹਾ ਤੇ ਜ਼ਿਮੀਂਦਾਰ ਜਿਹੜਾ ਹੈ ਬੁਰੀ ਤਰ੍ਹਾਂ ਪਿੱਟ ਚੁੱਕਾ ਹੈ। ਅੱਲਾਹ ਤਾਲਾ ਕਰਮ ਕਰੇਗਾ ਇਨਸ਼ਾਅੱਲਾ, ਸ਼ਾਇਦ ਬਿਹਤਰੀ ਆਵੇ, ਕੁਝ ਨਹੀਂ ਕਿਹਾ ਜਾ ਸਕਦਾ। ਤੇ ਰਾਏ ਮਜੀਦ ਸਾਹਿਬ ਤੁਸੀਂ ਬਾਕੀ ਸਬਜ਼ੀਆਂ ਦਾ ਕੀ ਫਿਊਚਰ ਵੇਖ ਰਹੇ ਹੋ? ਗਾਜਰ ਤਾਂ ਤੁਹਾਡੇ ਸਾਹਮਣੇ ਹੈ ਤੇ ਟਿੰਡੀ ਵੀ ਤੁਹਾਡੇ ਸਾਹਮਣੇ ਹੈ, ਕੀ ਹਾਲਾਤ ਚੱਲ ਰਹੇ ਨੇ? ਖੀਰਾ ਬਿਹਤਰ ਜਾ ਰਿਹਾ ਅੱਲਾਹ ਰੱਖਾ ਸਾਹਿਬ। ਉਸ ਤੋਂ ਬਾਅਦ ਅੱਗੇ ਕਰੇਲੇ 'ਚ ਹੈ ਉਮੀਦਾਂ, ਕਰੇਲਾ ਹੈ। ਉਸ ਤੋਂ ਬਾਅਦ ਅਗਰ ਮੇਜਰ ਫਸਲ ਦੀ ਗੱਲ ਕਰੀਏ ਆਲੂ, ਆਲੂ ਮਾਸ਼ਾਅੱਲਾ ਆਲੂ ਦਾ ਨੰਬਰ ਪਹਿਲੇ ਹੈ ਰੇਟ ਦੇ ਵਿੱਚ, ਬਿਹਤਰ ਰਹੇਗਾ ਔਰ ਅੱਲਾਹ ਤਾਲਾ ਸੋਹਣਾ ਰਿਜ਼ਕ ਦੇਗਾ ਜ਼ਿਮੀਂਦਾਰ ਭਾਈਆਂ ਨੂੰ। ਤੇ ਉਸ ਤੋਂ ਬਾਅਦ ਜਿਹੜਾ ਕੱਦੂ ਹੈ ਤੇ ਬੈਂਗਨ ਹੈ, ਸ਼ਿਮਲਾ ਮਿਰਚ ਹੈ, ਇਹ ਵੀ ਰੁਲ ਗਈਆਂ ਨੇ? ਨਹੀਂ, ਇਹਦੇ ਵਿੱਚ ਸ਼ਿਮਲਾ ਤਕਰੀਬਨ ਕੋਈ ਰੇਟ ਚੱਲ ਰਿਹਾ 1000-1200 ਤੱਕ ਥੋੜਾ ਸਹੀ ਹੋ ਗਿਆ। ਕੱਦੂ ਦਾ ਜਿਹੜਾ ਹੈ ਉਹ 2250 ਔਰ ਬੈਂਗਨ ਵੀ 2250 ਸਹੀ ਹੋ ਗਿਆ। ਜਿਹੜੀ ਮੌਜੂਦਾ ਫਸਲ ਚੱਲ ਰਹੀ ਸੀ ਨਾ ਆਪਣਾ ਟਿੰਡੀ, ਉਹ ਡਾਊਨ ਜਾ ਰਹੀ ਸੀ ਔਰ ਮਟਰ ਵੀ ਤਕਰੀਬਨ ਅਗਰ ਵੇਖਿਆ ਜਾਵੇ ਨਾ ਉਹਦੇ 'ਚ ਜ਼ਿਮੀਂਦਾਰ ਨੂੰ ਖਰਚੇ ਬਹੁਤ ਪੈ ਜਾਂਦੇ। ਇੱਕ ਬੈਗ ਦਾ ਅਗਰ ਅਸੀਂ ਐਕਸਪੈਂਸ ਲਾਈਏ ਨਾ ਉਹ 500 ਤੋਂ 700 ਪੈ ਜਾਂਦਾ ਇੱਕ ਬੈਗ ਤੇ ਖਰਚਾ। ਬਿਲਕੁਲ ਜੀ। ਇਸ ਵਾਸਤੇ ਫਿਰ ਉਹ ਅੱਗੇ ਬਚਤ ਨਹੀਂ ਆ ਰਹੀ। ਜ਼ਿਮੀਂਦਾਰ ਇੰਤਜ਼ਾਰ ਕਰ ਰਿਹਾ ਕਿ ਜਿਹੜਾ ਨਾ ਅੱਛਾ ਰੇਟ ਮਿਲ ਜਾਵੇ ਔਰ ਅਸੀਂ ਇਹਦੀ ਪਿਕਿੰਗ ਕਰ ਲਈਏ, ਕਿਉਂਕਿ ਠੇਕੇ ਵੀ ਬਹੁਤ ਨੇ, ਅਖਰਾਜਾਤ ਵੀ ਬਹੁਤ ਨੇ, ਮਜ਼ਦੂਰੀਆਂ ਬਹੁਤ ਪੈ ਰਹੀਆਂ। ਟਿੰਡੀ ਤਾਂ ਘਣੇ ਬੰਦਿਆਂ ਨੇ ਵਾਹ ਦਿੱਤੀ ਹੈ, ਜ਼ਿਆਦਾ ਬੰਦਿਆਂ ਨੇ ਟਿੰਡੀ ਤਾਂ ਵਾਹ ਦਿੱਤੀ ਹੈ। ਨਹੀਂ, ਉਹਦੇ ਵਿੱਚ ਕੋਈ ਚੰਦ ਹੋਣਗੇ, ਮੈਂ ਕਹਿੰਦਾ 100 ਦੇ ਵਿੱਚੋਂ ਕੋਈ 3-4% ਅੱਛਾ ਇਹਨਾਂ ਨੇ ਸ਼ਾਇਦ ਵਾਈ। ਬਾਕੀ ਜੋ ਹੈ ਨਾ ਇੰਤਜ਼ਾਰ ਕਰਨ, ਚਲੋ ਅਸੀਂ ਜੋ ਹੈ ਨਾ ਸੀਡ ਦੇ ਜਿਹੜੇ ਪੈਸੇ ਸਾਡੇ ਉਹ ਵਾਪਸ ਹਟ ਜਾਣ, ਇਸ ਤੋਂ ਬਾਅਦ ਜਿਹੜਾ ਹੈ ਸਾਡੇ ਚਲੇ ਜਾਣ ਪੈਸੇ ਛਾਪਰ ਵਗੈਰਾ ਦੇ, ਸਾਡੇ ਅਗਲੇ ਸਾਲ ਵਾਸਤੇ ਕਰ ਸਕਦੇ। ਸਹੀ ਹੋ ਜੀ। ਗਰਮੀ ਹੁਣ ਜਿਵੇਂ ਜ਼ਿਆਦਾ ਹੁਣ ਹੋ ਰਹੀ ਹੈ ਤੇ ਜਿਹੜੀ ਬਾਰੀਆਂ ਮੱਕੀ ਹੁਣ ਅਸੀਂ ਆਲੂਆਂ ਤੋਂ ਬਾਅਦ ਲਾਵਾਂਗੇ ਤੇ ਮੇਰਾ ਤਾਂ ਨਹੀਂ ਖਿਆਲ ਕਿ ਉਹਦੀ ਔਸਤ ਆਵੇਗੀ ਤੇ ਉਸ ਤੋਂ ਬਾਅਦ ਉਹਦੇ ਜਿਹੜਾ ਰੇਟ ਹੈ ਉਹ ਵੀ ਕੋਈ ਮੈਨੂੰ ਚਾਂਸ ਨਹੀਂ ਲੱਗ ਰਿਹਾ ਕਿ ਉਹ ਸਟੇਬਲ ਰਹੇ, ਕਿਉਂਕਿ ਪਿਛਲੇ ਸਾਲ ਦੀ ਨਿਸਬਤ ਜਿਹੜਾ ਹੈ ਨਾ ਬਹਾਰੀਆ ਮਕਈ ਬੰਪਰ ਖਰਾਬ ਲੱਗਣ ਜਾ ਰਹੀ ਹੈ, ਲੇਕਿਨ ਬਹੁਤ ਜ਼ਿਆਦਾ ਏਕੜੇ ਦੀ ਅਸੀਂ ਗੱਲ ਕਰਾਂਗੇ। ਹਾਂਜੀ, ਕਿ ਉਹ ਲੱਗਦੀ ਵੀ ਹੈ ਦਫਾ। ਔਰ ਅਗਰ ਅਸੀਂ ਵੈਦਰ ਦੀ ਗੱਲ ਕਰੀਏ ਨਾ, ਮੌਸਮ ਦਾ ਵੀ ਜ਼ਿਮੀਂਦਾਰ ਨੂੰ ਬਹੁਤ ਚੈਲੰਜਿਸ ਆਉਣਗੇ, ਸਾਹਮਣਾ ਕਰਨਾ ਪਏਗਾ। ਅਗਰ ਗਰਮ ਗਏ ਅਗਰ ਬਾਰਿਸ਼ਾਂ ਅੱਗੇ ਆਉਂਦੀਆਂ ਨੇ ਤਾਂ ਬਿਹਤਰ ਰਹਿ ਜਾਏਗਾ, ਕਿਉਂਕਿ ਫਿਰ ਵੀ ਜਿਹੜਾ ਹੈ ਨਾ ਡਿਸਟਰਬ ਹੋਏਗਾ ਉਹ ਔਸਤ ਨਹੀਂ ਆਣੀ ਮੱਕੀ ਦੀ। ਹਾਂਜੀ। ਤੇ ਪਿਛਲੇ ਸਾਲ ਜਿਵੇਂ ਮੱਕੀ ਮਤਲਬ ਇੱਕ ਤਾਂ ਉਹਦੀ ਔਸਤ ਕੀ ਆਈ ਸੀ, ਦੂਸਰਾ ਉਹਦਾ ਰੇਟ ਕੋਈ ਨਹੀਂ ਸੀ। ਫਿਰ ਜਿਨ੍ਹਾਂ ਦੋਸਤਾਂ ਨੇ ਧਾਨ ਲਾਏ ਸੀ ਹਾਈਬ੍ਰਿਡ ਉਹ ਰੁਲ ਗਏ। ਉਹਦੇ ਵਿੱਚ ਅੱਲਾਹ ਰੱਖੇ ਭਾਈ, ਜਦੋਂ ਅਸੀਂ ਗੱਲ ਕਰੀਏ ਨਾ ਮਕਈ ਦੀ, ਹਾਂਜੀ, ਜ਼ਿਮੀਂਦਾਰ ਹਜ਼ਰਾਤ ਇਹ ਕਹਿੰਦੇ ਨੇ ਕਿ ਅਸੀਂ ਜਨਾਬ ਆਲੂ ਨੂੰ ਜਿਹੜਾ ਹੈ ਨਾ 3 DAP ਦਾ ਇਸਤੇਮਾਲ ਕੀਤਾ, ਨਾਲ ਅਸੀਂ ਪੋਟਾਸ਼ ਇਸਤੇਮਾਲ ਕੀਤਾ। ਸਹੀ ਹੈ। ਅਸੀਂ ਉਹ ਕਹਿੰਦੇ ਨੇ ਅੱਗੇ ਜਾ ਕੇ ਅਸੀਂ ਜਿਹੜੇ ਮਕਈ ਲਗਾ ਰਹੇ ਨਾ ਬਾਹਰੀ, ਅਸੀਂ ਉਹਨੂੰ ਕੁਛ ਨਾ ਖਰਾਬ। ਅੱਛਾ, ਤੁਸੀਂ ਅਗਰ ਬਹਾਰੀਆਂ ਮਕਈ ਦੀ ਅੰਦਰ ਕਦੇ ਗੱਲ ਕਰੀਏ ਨਾ, ਉਹਦੇ ਵਿੱਚ ਜ਼ਿਮੀਂਦਾਰ ਹਜ਼ਰਾਤ ਇਹ ਕਹਿੰਦੇ ਨੇ ਕਿ ਜਨਾਬ ਜਿਹੜੇ ਅਸੀਂ ਆਲੂ ਵਾਲੀ ਜਗ੍ਹਾ 'ਤੇ ਮਕਈ ਲਗਾ ਰਹੇ ਹਾਂ, ਅਸੀਂ ਤਾਂ ਇਹਨੂੰ ਮੁਫਤੀ ਪਾਲ ਲਈਏ। ਯਾਨੀ ਕਹਿੰਦੇ ਅਸੀਂ ਮੁਫਤੀ ਜਿਹੜਾ ਨਾ ਐਵਰੇਜ, ਉਹ ਗੱਲਾਂ ਕੋਈ ਨਹੀਂ ਹੈਗੀਆਂ। ਸਾਡੀ ਜਿਹੜੀ ਹੈ ਨਾ ਸਾਡੀ ਜ਼ਮੀਨਾਂ ਦੇ pH ਲੈਵਲ ਨੇ ਉਹ ਹਾਈ ਨੇ। ਅਸੀਂ ਜਨਾਬੇ ਸਾਡੀ ਉਹ ਜ਼ਮੀਨ ਅੰਦਰ ਖੁਰਾਕ ਜੰਮ ਜਾਂਦੀ ਹੈ। ਅਗਰ ਜ਼ਿਮੀਂਦਾਰ ਹਜ਼ਰਾਤ ਪ੍ਰੋਪਰ ਤਰੀਕੇ ਨਾਲ ਇਹਨੂੰ ਮਕਈ ਨੂੰ ਅੱਛਾ ਜਿਹੜਾ ਨਾ ਉਹਦੀ ਖੁਰਾਕ ਦੇਵੇ ਨਾ, ਤੇ ਮੈਂ ਕਹਿੰਦਾ ਇਨਸ਼ਾਅੱਲਾ ਇਹ 100 ਮਣ ਪਿਛਲੇ ਦਫਾ ਵੀ ਜ਼ਿਮੀਂਦਾਰਾਂ ਦੀ ਆਈ ਹੈ। ਕੋਈ ਸ਼ਾਦੋ ਨਾਜ਼ਰ 10% ਬੰਦਿਆਂ ਦੀ ਆਈ ਹੈ। ਉਹਦੇ ਵਿੱਚ ਜਿਹੜੇ ਜ਼ਿਮੀਂਦਾਰ ਨੇ ਅੱਛੀ ਖੁਰਾਕ ਦਿੱਤੀ, ਚਾਹੇ ਉਹ ਆਲੂ ਵਾਲੀ ਮਕਈ ਸੀ, ਆਲੂ ਵਾਲੀ ਜਗ੍ਹਾ ਤੇ ਲੱਗੀ ਹੈ,
वो अल्हम्दुलिल्लाह 110 मन 15 मन 25 मन तक गई है। नहीं पिछले साल इतनी नहीं हो सकी, हो तो पिछले साल तो गई है। फील्ड में चलना भाई हाँ जी, लेकिन अल्हम्दुलिल्लाह ਜਿਹੜਾ ਹੈ ਨਾ ਫਾਰਮਰ ਦੀ ਐਵਰੇਜ ਵੇਖ ਕੇ ਔਰ ਅਸੀਂ ਬਕਾਇਦਾ ਉਹਦੇ ਚੈੱਕ ਕੀਤਾ। ਉਹ ਮਜੀਦ ਸਾਹਿਬ ਗੱਲ ਇਹ ਹੈ ਕਿ ਜਿਹੜੀ ਮਕਈਆਂ ਲੱਗੀਆਂ ਹੋਈਆਂ ਨੇ ਨਾ ਜਨਵਰੀ ਵਿੱਚ ਪਿਛਲੇ ਸਾਲ ਬਾਹਰ ਦੀਆਂ ਮਕਈਆਂ, ਉਹਨਾਂ ਦੀ ਤੇ ਮੈਂ ਗੱਲ ਮੰਨ ਲੈਣਾ ਕਿ 120-25 ਮਣ ਤੱਕ ਐਵਰੇਜ ਆ ਗਈ ਹੋਵੇ। ਨਹੀਂ ਇਹ ਆਲੂ ਵਾਲੀ ਮੱਕੀ ਮੰਗੋ ਤੇ ਆਲੂ ਵਾਲੀ ਮੱਕੀ ਤਾਂ ਮੋਸਟਲੀ ਜਿਹੜਾ ਹੈ ਉਹ ਮਾਰਚ ਦੇ ਮਹੀਨੇ ਵਿੱਚ ਲੱਗਦੀ ਹੈ, ਤੇ ਉਹਦੀ ਔਸਤ ਮੈਨੂੰ ਤਾਂ ਨਹੀਂ ਲੱਗਦਾ, ਮੇਰੀ 70 ਮਣ ਆਈ ਹੈ ਔਰ ਮੈਂ ਉਹਦੇ ਵਿੱਚ ਖੁਰਾਕ ਵੀ ਅੱਛੀ ਜਿਹੜਾ ਨਾ ਪਾਈ। ਇੱਕ ਸਾਡੇ ਫਾਰਮਰ ਨੇ, ਅਗਰ ਤੁਸੀਂ ਕਹੋਗੇ ਸ਼ਾਇਦ ਕਿ ਆਪਣੀ ਕੰਪਨੀ ਤਾਰੀਫ ਕਰ ਰਿਹਾ ਹੈ ਐਗਰੋ ਫਰਟੀਲਾਈਜ਼ਰ ਦੀ, ਇਹਦੇ ਵਿੱਚ ਸਾਡੇ ਫਾਰਮਰ ਨੇ ਹਾਜੀ ਰਮਜ਼ਾਨ ਸਾਹਿਬ 43 ਵਿਖੇ ਕਬੂਲਾ ਦੇ ਨਾਲ ਹੀ ਪਿੰਡ ਹੈ, ਉਹਨਾਂ ਨੇ ਜਿੱਥੇ ਆਪਣਾ 2 ਬੈਗ ਇਸਤੇਮਾਲ ਕੀਤੇ ਸਨ ਜ਼ਰਕੇਜ਼ ਪਲੱਸ ਦੇ ਉੱਪਰ ਜਾ ਕੇ ਉਹਨਾਂ ਨੇ ਪੋਟਾਸ਼ ਦੇ ਬਾਅਦ ਫਿਰ ਵੀ ਇਸਤੇਮਾਲ ਕੀਤਾ ਔਰ ਉਹਨਾਂ ਨੇ 115 ਮਣ ਐਵਰੇਜ ਰਹੀ ਹੈ। ਔਰ ਬਕਾਇਦਾ ਮੈਂ ਫਾਰਮਰ ਨੂੰ ਡਿਸਕਸ ਕਰ ਰਿਹਾ ਸੀ ਔਰ ਫਾਰਮਰ ਨੇ ਉਹਨਾਂ ਨੂੰ ਫੋਨ ਵੀ ਕੀਤਾ ਸੀ ਕਿ ਜਨਾਬ ਇਹ ਤੁਹਾਡਾ ਇੱਕ ਦੋਸਤ ਹੈ ਤੁਹਾਡੀ ਗੱਲ ਕਰ ਰਿਹਾ ਹੈ, ਤੁਹਾਡੀ ਐਵਰੇਜ ਇੰਨੀ, ਉਹਨਾਂ ਕਿਹਾ ਸੀ ਅਲਹਮਦੁਲਿਲਾ ਸਾਰੀ ਐਵਰੇਜ ਇੰਨੀ ਆਈ ਹੈ। ਤੇ ਹੁਣ ਜਿਹੜਾ ਆਉਣ ਵਾਲੇ ਚੈਲੰਜਸ ਨੇ, ਜਿਵੇਂ ਠੇਕੇ ਵੱਧ ਰਹੇ ਨੇ, ਡੀਜ਼ਲ ਦਾ ਖਰਚਾ ਵੱਧ ਰਿਹਾ, ਲੇਬਰ ਦਾ ਖਰਚਾ ਵੱਧ ਰਿਹਾ, ਫਰਟੀਲਾਈਜ਼ਰ ਦਾ ਖਰਚਾ ਵੱਧ ਰਿਹਾ, ਸਪਰੇਵਾਂ ਦਾ ਖਰਚਾ ਵੱਧ ਰਿਹਾ ਹੈ, ਤੇ ਜਿਹੜੇ ਆਉਣ ਵਾਲੇ ਚੈਲੰਜਸ ਨੇ, ਇੱਕ ਤਾਂ ਆਪਣਾ ਮੁਲਕ ਜਿਹੜਾ ਹੈ ਗਲੋਬਲ ਵਾਰਮਿੰਗ ਦੀ ਜ਼ਿਆਦਾ ਅੱਛੇ, ਮੌਸਮ ਦਾ ਕੋਈ ਪਤਾ ਨਹੀਂ ਲੱਗਦਾ। ਤੇ ਫਾਰਮਰ ਹਜ਼ਰਾਤ ਨੂੰ ਕੀ ਰਾਏ ਦਿਓਗੇ ਕਿ ਕੀ ਲਾਣਾ ਚਾਹੀਦਾ ਹੈ ਤੇ ਬਚਾ ਜਾ ਸਕੇ? ਉਹਦੇ ਫਾਰਮਰ ਕੋ ਆਪਸ਼ਨ ਇਹੀ ਹੈ ਕਿ ਜਨਾਬ ਮਕਈ ਹੈ, ਕਾਟਨ ਆਪਣੇ ਏਰੀਆ 'ਚ ਹੁੰਦੀ ਕੋਈ ਨਹੀਂ, ਅਗਰ ਕਾਟਨ ਵੇਚ ਕੇ ਕਾਟਨ ਜਿਸ ਤੇ ਠੇਕੇ ਜਾ ਰਹੇ ਜਨਾਬ 3 ਲੱਖ ਪੌਣੇ 3 ਲੱਖ 2 ਲੱਖ 75,000 ਤੱਕ ਹੈ, ਉਹ ਜਨਾਬ ਜਿਹੜਾ ਹੈ ਨਾ ਪੂਰਾ ਕਾਟਨ ਜਿਹੜੀ ਹੈ ਪੂਰਾ ਪੈਸੇ ਨਹੀਂ ਕਰ ਰਹੀ, ਤੇ ਉਹ ਕਾਟਨ ਫਸਲ ਆਉਂਦੀ ਹੈ, ਬਾਕੀ ਫਸਲ ਉਹੀ ਨੇ, ਮਕਈ ਹੈ ਜ਼ਿਮੀਦਾਰ ਕੋਲ ਉਹੀ ਲਾਏਗਾ, ਅਦਰਵਾਈਜ਼ ਜਾਂ ਅੱਗੇ ਜਾ ਕੇ ਕੁਝ ਜ਼ਿਮੀਦਾਰ ਹਜ਼ਰਾਤ ਥੋੜਾ ਜਿਹਾ ਮਹੀਨਾ ਡਿਫਰੈਂਸ ਗੈਪ ਦੇ ਕੇ ਚਲੇ ਜਾਂਦੇ ਨੇ, ਉਹ ਵੀ ਅੱਛਾ ਜ਼ਿਮੀਦਾਰ ਜਿਹੜੇ ਚਾਵਲ ਨੇ ਇੱਕ ਫਸਲ ਕਰਨੀ ਮੈਂ ਇੱਕ ਲਗਾਏ ਉਹਨਾਂ ਦੇ ਐਸ ਯਾਨੀ ਕਿ ਐਸ ਪਨੀਰੀ ਜਿਹੜਾ ਨਾ ਸੋਇੰਗ ਕਰ ਚੁੱਕੇ ਨੇ ਪਨੀਰੀ ਦੀ। ਜਦੋਂ ਹੀ ਆਲੂ ਜਿਹੜਾ ਹੈ ਨਾ ਉਹ ਫਾਰਗ ਹੋਣਗੇ ਆਲੂ ਤੋਂ, ਉਹ ਉਹਨਾਂ ਨੇ ਆਪਣਾ ਸ਼ਿਫਟ ਕਰ ਦੇਣਾ ਪਨੀਰੀ। ਉਹ ਜ਼ਿਮੀਂਦਾਰ ਜਿਹੜਾ ਹੈ ਨਾ ਮੌਸਮ ਦੇ ਚੈਲੰਜ ਥੋੜੇ ਵੱਧ ਜਾਣਗੇ, ਅਦਰਵਾਈਜ਼ ਜਿਹੜਾ ਅੱਗੇ ਜਾ ਕੇ ਥੋੜੇ ਗਰਮੀ ਚ ਲਾਉਂਦੇ ਨੇ ਉਹ ਉਹਨਾਂ ਨੂੰ ਜਿਹੜਾ ਹੈ ਨਾ ਫਿਰ ਉਹੀ ਇਹ ਵੀ ਸਾਹਮਣਾ ਕਰਨਾ ਪਵੇ। ਮੌਸਮ ਜਿਹੜਾ ਹੈ ਕਾਫੀ ਇਹਨਾਂ ਦਿਨਾਂ 'ਚ ਲਾਸਟ ਟਾਈਮ ਤਾਂ ਫਿਰ ਜਿਹੜਾ ਹੈ ਬਦਨ ਦੇ ਉੱਪਰ ਚਾਦਰਾਂ ਹੁੰਦੀਆਂ ਸਨ। ਹਾਂ ਪਿਛਲੇ ਸਾਲ ਤਾਂ ਸਰਦੀ ਬੜੀ ਲੇਟ ਤੱਕ ਗਈ ਹੈ, ਇਸ ਸਾਲ ਤਾਂ ਜਲਦੀ ਖਤਮ ਹੋ ਗਈ। ਇਸ ਦਫਾ ਤਾਂ ਜਨਵਰੀ ਦੇ ਵਿੱਚ ਜਨਾਬ ਅੱਛੀ ਖਾਸੀ ਜਿਹੜਾ ਹੈ ਨਾ ਟੈਂਪਰੇਚਰ ਸੀ। ਨਹੀਂ ਤੇ ਜਿਹੜੇ ਹੁਣ ਪਿਛਲੇ ਸਾਲ ਗਰਮੀ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਜਿਹੜੇ ਹਾਈਬ੍ਰਿਡ ਥਾਈ ਆਇਆ ਸੀ ਉਹ ਪਿੱਟ ਗਿਆ, ਮਤਲਬ ਉਹ ਦਾਣਾ ਹੀ ਨਹੀਂ ਪਿਆ ਸੀ। ਤੇ ਐਸ ਫੇਰੀ ਤਾਂ ਮੈਂ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਗਰਮੀ ਐਕਸੈਪਟ ਕਰ ਰਹੇ ਹਾਂ। ਉਹਦੇ 'ਚ ਜ਼ਿਮੀਦਾਰ ਜਿਹੜਾ ਹੈ ਨਾ ਜ਼ਿਆਦਾ ਉਹ ਨਹੀਂ ਜਾਵੇਗਾ ਹਾਈਬ੍ਰਿਡ ਤੇ। ਹਾਂ ਜਾਂ ਜਿਸ ਤਰ੍ਹਾਂ ਲੌਂਗ ਗ੍ਰੇਨ ਆਇਆ ਸੀ ਚਾਵਲ, ਮੈਂ ਵੀ ਉਹ ਲਾਇਆ ਸੀ ਪਿਛਲੇ ਸਾਲ। ਹਾਂਜੀ ਬਾਕੀ ਜਿਹੜਾ ਹੈ ਉਹ ਏਰੀ ਫੈਨ ਹੈ ਜਾਂ ਇਸ ਤਰ੍ਹਾਂ ਇੱਕ ਮੋਟਾ ਚਾਵਲ ਹੁੰਦਾ ਜਿਹਨੂੰ ਬੁਖਰਾਜ ਕਹਿੰਦੇ ਆ, ਉਹ ਵੀ ਗਰਮੀ ਬਰਦਾਸ਼ਤ ਕਰਦਾ ਹੈ। ਏਰੀ ਫੈਨ ਔਰ ਆਪਣਾ ਏਰੀ 9 ਵੀ ਆਇਆ ਵੈਰਾਈਟੀ, ਲੇਕਿਨ ਉਹ ਅੱਗੇ ਜਾ ਕੇ ਲੱਗਦੀ ਏਰੀ 9 ਗੰਦਮ ਵਾਲੇ ਵਾਰਡ ਤੇ ਜਾ ਕੇ ਨਾ ਗੰਦਮ ਵਾਲੀ ਜਗ੍ਹਾ ਤੇ। ਹਾਈਬ੍ਰਿਡ ਜਿਹੜਾ ਹੈ ਉਹ ਸ਼ਾਦੋ ਨਾਜ਼ਰ ਲੱਗੇਗਾ, ਮਕਈ ਹੀ ਜ਼ਿਆਦਾ ਜਿਹੜਾ ਨਾ ਆਦਮੀ ਦਾ ਆਏਗਾ। ਚਲੋ ਦੋਸਤੋ ਅੱਜ ਦਾ ਵਲੌਗ ਅਸੀਂ ਕਰਨੇ ਆ ਖਤਮ।